ਕੀ ਦੱਸਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ? ਜੇ ਇਹਨਾਂ ਬਚਨਾਂ ਦੇ ਉੱਤੇ ਅਸੀਂ ਅਮਲ ਕੀਤਾ ਤਾਂ ਸਾਡੇ ਵਿੱਚ ਵੀ ਇਹੋ ਹੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਜੋ ਬਿਸੰਬਰ ਦਾਸ ਨੂੰ ਮਹਾਰਾਜ ਬਖਸ਼ਣ ਲੱਗੇ ਹਨ। ਦਰਸ਼ਨ ਕਰ ਘਰ ਜੈ ਹੋ ਜਬਹੁ। ਮਹਾਰਾਜ ਕਹਿੰਦੇ ਬਿਸੰਬਰ ਦਾਸ, ਜੇ ਤਾਂ ਸੰਸਾਰ ਦੇ ਸੁੱਖ ਚਾਹੀਦੇ ਆ, ਵਿਭੂਤੀ ਚਾਹੀਦੀ ਆ, ਜਦੋਂ ਸਾਡੇ ਦਰਸ਼ਨ ਕਰਕੇ ਇਥੋਂ ਤੁਸੀਂ ਘਰ ਨੂੰ ਜਾਵੋਗੇ, ਕਰੋ ਕੜਾ ਪ੍ਰਸਾਦ ਸੋ ਤਬਹੁ। ਤਦੋਂ ਕੜਾ ਪ੍ਰਸ਼ਾਦ ਦੀ ਦੇਗ ਜਾ ਕਰਕੇ ਕਰਨਾ ਕਰਿਓ। ਪ੍ਰਸਾਦ ਵਸਤਰ ਕੋ ਦੀਜੈ। ਸੁੱਚੇ ਵਸਤਰ ਨਾਲ ਉੱਪਰੋਂ ਜਿਹੜਾ ਹੈ ਦੇਗ ਨੂੰ ਚੰਗੀ ਤਰ੍ਹਾਂ ਢੱਕ ਦੇਣਾ ਹੈ। ਪਾਠ ਆਨੰਦ ਤੀਨ ਕਰ ਦੀਜੈ। ਤੇ ਸ਼੍ਰੀ ਆਨੰਦ ਸਾਹਿਬ ਜੀ ਦੇ 3 ਪਾਠ ਜਿਹੜੇ ਆ ਉਹ ਕਰਨੇ ਹਨ। ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਸ ਦੇ ਕੋਲ ਬੈਠ ਕਰਕੇ ਪ੍ਰਥਮ ਪੜੋ ਜਪ ਬੈਠੋ ਪਾਸ। ਜਦੋਂ ਪਹਿਲਾਂ ਦੇਗ ਤਿਆਰ ਕਰਨੀ ਹੈ, ਬੜੀ ਸੁਚਮਤਾ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ। ਫਿਰ ਤਿਆਰ ਕਰਕੇ ਸ਼੍ਰੀ ਆਨੰਦ ਸਾਹਿਬ ਦੇ 3 ਪਾਠ ਕਰਨੇ ਤੇ 1 ਜਪਜੀ ਸਾਹਿਬ ਦਾ ਪਾਠ ਹੋਰ ਕਰਨਾ। ਸਤਿਗੁਰ ਹਿਤ ਦੇਹੋ ਪੰਜ ਗਰਾਸ। ਇਉਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਸਤੇ ਗੁਰੂ ਕੇ ਸਿੱਖਾਂ ਨੂੰ ਸੱਦਣਾ। 5 ਸਿੱਖ ਹੋਣ ਤਿਆਰ ਪਰ ਤਿਆਰ। ਉਹਨਾਂ 5 ਸਿੰਘਾਂ ਨੂੰ ਤੇ ਸਮੇਂ ਫਿਰ ਸ਼ਰਧਾ ਨਾਲ ਲੰਗਰ ਛਕਾਉਣਾ। 5 ਸਿੰਘ ਕੋ ਕਰੋ ਅਚਾਵਨ। 5 ਸਿੰਘਾਂ ਨੂੰ ਬੜੀ ਸ਼ਰਧਾ ਦੇ ਨਾਲ ਲੰਗਰ ਤਿਆਰ ਕਰਕੇ ਛਕਾਉਣਾ। ਤਨ ਮਨ ਤੇ ਵੈ ਕਹਿ ਥਿਤ ਪਾਵਨ। ਤੇ ਤਨ ਮਨ ਕਰਕੇ ਪਾਵਨ ਹੋ ਕਰਕੇ, ਮਨ ਕਰਕੇ ਵੀ ਪਵਿੱਤਰ ਰੱਖਣਾ ਮਨ ਨੂੰ, ਤੇ ਸਰੀਰ ਕਰਕੇ ਵੀ ਪਵਿੱਤਰਤਾ ਦੇ ਸਹਿਤ ਹੋ ਕਰਕੇ ਫਿਰ 5 ਸਿੰਘਾਂ ਕੋਲੋਂ ਅਰਦਾਸ ਕਰਵਾਉਣੀ। ਰਹਿਤ ਅਰਦਾਸ ਭੇਵ ਜੋ ਜਾਣੈ। ਮਹਾਰਾਜ ਕਹਿੰਦੇ ਬਿਸੰਬਰ ਦਾਸ ਜਿਹੜਾ ਗੁਰੂ ਕੀ ਰਹਿਤ ਰੱਖਦਾ ਹੈ ਤੇ ਅਰਦਾਸ ਦੀ ਸ਼ਕਤੀ ਦੇ ਭੇਦ ਨੂੰ ਜਾਣਦਾ ਹੈ। ਅਰਦਾਸ ਵਿੱਚ ਜਿੰਨੀ ਸ਼ਕਤੀ ਹੈ ਬਿਸੰਬਰ ਦਾਸ, ਉਹ ਅਸੀਂ ਨਹੀਂ ਕਹਿ ਸਕਦੇ। ਜਿਸ ਭਾਵਨਾ ਤੋਂ, ਜਿਸ ਸ਼ਰਧਾ ਤੋਂ ਮਨ ਵਿੱਚ ਅਰਦਾਸ ਹੁੰਦੀ ਹੈ, ਜਾਂ ਜਿਸ ਮਨ ਵਿੱਚੋਂ ਜੈਸੀ ਸ਼ਰਧਾ ਨਾਲ ਅਰਦਾਸ ਨਿਕਲਦੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਉਸੇ ਸਮੇਂ ਹਾਜ਼ਰ ਹੋਣਾ ਪੈਂਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਸਿੱਖਾਂ ਨੂੰ ਇਹੀ ਉਪਦੇਸ਼ ਦਿੱਤਾ ਸੀ ਕਿ ਜਦੋਂ ਕੋਈ ਕਾਰਜ ਅੜ ਜਾਵੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਾਨੂੰ ਯਾਦ ਕਰਿਓ, ਕਾਰਜ ਉਸੇ ਸਮੇਂ ਫਤਿਹ ਹੋ ਜਾਵੇਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਇਹ ਘਰ ਦੀ ਮਰਿਆਦਾ ਹੈ। ਆਪਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ 10 ਪਾਤਸ਼ਾਹੀਆਂ ਦੇ ਨਾਮ ਲੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਪਰ ਸਤ ਸੰਗਤ ਜੀ, ਅਰਦਾਸ ਦੇ ਜਿਹੜੇ ਆ 3 ਮੁੱਖ ਸ਼ਰਤਾਂ ਹੁੰਦੀਆਂ। ਇੱਕ ਤਾਂ ਇਹ ਹੁੰਦੀ ਹੈ ਕਿ ਮਨ ਦੇ ਵਿੱਚ ਇਹ ਭਾਵਨਾ ਹੋਵੇ ਕਿ ਜੋ ਮੈਂ ਅਰਦਾਸ ਕਰ ਰਿਹਾ ਇਹ ਸਹੀ ਹੈ। ਜੇ ਆਪਣੀ ਕੀਤੀ ਹੋਈ ਅਰਦਾਸ ਤੇ ਇਹੀ ਸ਼ੰਕਾ ਹੋਵੇ ਕਿ ਮੈਂ ਸਹੀ ਚੀਜ਼ ਵਾਸਤੇ ਅਰਦਾਸ ਨਹੀਂ ਕਰ ਰਿਹਾ, ਤੇ ਅਰਦਾਸ ਨਹੀਂ ਪੂਰੀ ਹੁੰਦੀ। ਫਿਰ ਸਤ ਸੰਗਤ ਜੀ, ਯਕੀਨ ਹੋਵੇ ਕਿ ਗੁਰੂ ਸਾਹਿਬ ਜੀ ਸਮਰੱਥ ਨੇ ਤੇ ਅਰਦਾਸ ਨੂੰ ਪੂਰੀਆਂ ਕਰ ਦੇਣਗੇ। ਜੇ ਇਹ ਯਕੀਨ ਨਾ ਹੋਵੇ ਤਾਂ ਵੀ ਕੀਤੀ ਅਰਦਾਸ ਦਾ ਫਲ ਨਹੀਂ ਫਿਰ ਪ੍ਰਾਪਤ ਹੁੰਦਾ। ਫਿਰ ਅਰਦਾਸ ਕਰਕੇ ਮਨ ਦੇ ਅੰਦਰ ਸਬਰ ਰੱਖੇ, ਉਸ ਦੇ ਪੂਰਿਆਂ ਹੋਣ ਤੱਕ ਦੀ ਉਡੀਕ ਕਰੇ। ਇਹ ਨਹੀਂ ਕਿ ਉਸੇ ਸਮੇਂ ਮਨ ਕਾਹਲਾ ਪੈ ਜਾਵੇ, ਅਰਦਾਸ ਤਾਂ ਕੀਤੀ ਸੀ ਪਰ ਗੱਲ ਨਹੀਂ ਬਣੀ, ਫਿਰ ਨਹੀਂ ਗੱਲ ਬਣਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਰਦਾਸ ਦੀ ਰਹਿਤ ਨੂੰ ਜਾਣਦਾ ਹੋਵੇ। ਅਰਦਾਸ ਦੀ ਰਹਿਤ ਕੀ ਹੈ, ਅਰਦਾਸ ਦੀ ਮਰਿਆਦਾ ਕੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਰਦਾਸ ਦੀ ਸ਼ਕਤੀ ਫਿਰ ਰਮਦੀ ਹੋਈ ਅੱਖਾਂ ਨਾਲ ਦਿਖਾਈ ਦਿੰਦੀ ਹੈ। ਜਿਹੜੀਆਂ ਚੀਜ਼ਾਂ ਬਿਸੰਬਰ ਦਾਸ ਨਾਮੁਮਕਿਨ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਨਾਲ ਉਹ ਵੀ ਮੁਮਕਿਨ ਬਣ ਜਾਂਦੀਆਂ ਹਨ, ਉਹ ਵੀ ਹੁੰਦੀਆਂ ਅੱਖਾਂ ਨਾਲ ਦਿਖਾਈ ਦਿੰਦੀਆਂ ਹਨ। ਕਿਆ ਕਰ ਹੈ ਤਵ ਮੰਤਰ ਮਹਾਨ। ਮਹਾਰਾਜ ਕਹਿੰਦੇ ਨੇ ਕੀਤੀ ਹੋਈ ਅਰਦਾਸ ਦੇ ਸਾਹਮਣੇ ਵੱਡੇ ਵੱਡੇ ਮਹਾਨ ਮੰਤਰ ਵੀ ਕੁਝ ਨਹੀਂ ਕਰ ਸਕਦੇ। ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਰਦਾਸ ਕੀਤੀ ਜਾਵੇ, ਉੱਥੇ ਵੱਡੇ ਵੱਡੇ ਮੰਤਰ ਜੰਤਰ ਵੀ ਕੋਈ ਅਸਰ ਨਹੀਂ ਕਰ ਸਕਦੇ ਹਨ। ਰਹਿਤ ਅਰਦਾਸ ਜੇ ਜਾਣੀਏ ਕਿਆ ਕਰ ਹੈ ਤਬ ਮੰਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸੱਚੀ ਮੁੱਚੀ ਅਰਦਾਸ ਦੀ ਰਹਿਤ ਨੂੰ ਜਾਣਦਾ ਹੋਵੇ ਅਥਵਾ ਮਰਿਆਦਾ ਵਿੱਚ ਪ੍ਰਪੱਕ ਹੋਵੇ, ਉਸ ਦੇ ਉੱਤੇ ਮੰਤਰ ਕੀ ਕਰ ਸਕਦੇ ਹਨ। ਜਪ ਪ੍ਰਯੋਗ ਅਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ। ਮਹਾਰਾਜ ਕਹਿੰਦੇ ਅਰਦਾਸ ਦੀਆਂ ਸਾਰੀਆਂ ਹੀ ਸਿੱਧ ਸ਼ਕਤੀਆਂ ਉਹਦੇ ਉੱਤੇ ਪ੍ਰਫੁੱਲਤ ਹੁੰਦੀਆਂ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ। ਜਿਹੜਾ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਜਾਂ ਸਤ ਸੰਗਤ ਜੀ ਜਿਹਨੂੰ ਬਣਨੀ ਨਹੀਂ ਆਉਂਦੀ ਬਾਣੀ, ਫਿਰ ਉਹ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਦਾ ਜਾਪ ਕਰਦਾ ਹੋਵੇ, ਸਤਿਗੁਰੂ ਦੇ ਬਚਨਾਂ ਨੂੰ ਮਨਾਉਂਦਿਆਂ ਹੋਇਆਂ, ਭਾਵ ਸਤਿਗੁਰੂ ਦੇ ਬਚਨ ਨੂੰ ਮੰਨਦਿਆਂ ਹੋਇਆਂ, ਉਹਨੂੰ ਫਿਰ ਜਪਜੀ ਸਾਹਿਬ ਦੀ ਬਾਣੀ ਸੁਣ ਲੈਣੀ ਚਾਹੀਦੀ ਹੈ। ਸਤਿਗੁਰੂ ਜੀ ਬਾਣੀ ਦਾ ਫਲ ਦੱਸਦੇ ਆ, ਜਪਜੀ ਸਾਹਿਬ ਦੀ ਕਿੰਨੀ ਮਹਾਨ ਪਵਿੱਤਰ ਬਾਣੀ ਹੈ।
ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਅਰਦਾਸਾਂ ਦਾ ਫਲ ਉਸੇ ਨੂੰ ਹੀ ਪ੍ਰਾਪਤ ਹੁੰਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਤੇ ਮਹਾਂਪੁਰਸ਼ਾਂ ਨੂੰ, ਸਿੱਖਾਂ ਨੂੰ, ਭਗਤਾਂ ਨੂੰ ਸਾਰੀਆਂ ਹੀ ਸਿੱਧੀਆਂ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੋ ਜਾਂਦੀਆਂ ਹਨ। ਸਿੱਖ ਵਣਜ ਗੁਰ ਧਰਮ ਕੋ ਸਤਿਗੁਰ ਦੇਵੈ ਲਾਭ। ਮਹਾਰਾਜ ਕਹਿੰਦੇ ਸਿੱਖ ਹੋਵੇ ਧਰਮ ਦਾ ਵਣਜ ਕਰੇ ਬਿਸੰਬਰ ਦਾਸ, ਝੂਠ ਦਾ ਵਣਜ ਨਾ ਕਰੇ। ਤੇ ਗੁਰੂ ਸਾਹਿਬ ਜੀ ਲਾਭ ਹੀ ਲਾਭ ਫਿਰ ਬਖਸ਼ਿਸ਼ ਕਰਦੇ ਆ, ਉਹਦੇ ਵਿੱਚ ਕਦੇ ਟੋਟਾ ਨਹੀਂ ਪੈਂਦਾ। ਧਰਮ ਦਾ ਵਣਜ ਕਰਨਾ, ਧਰਮ ਦਾ ਵਪਾਰ ਕਰਨਾ, ਗੁਰੂ ਨਾਨਕ ਸਾਹਿਬ ਜੀ ਉਸ ਵਿੱਚ ਲਾਭ ਹੀ ਲਾਭ ਬਖਸ਼ਿਸ਼ ਕਰਦੇ ਹਨ। ਬੋਲ ਬੁਲਾਵੇ ਸੰਗਤੀ ਦੇ ਕੜਾ ਕੀ ਸਾਂਭ। ਇਉਂ ਬਹੁਤ ਸੰਗਤਾਂ ਨੂੰ ਬੁਲਾ ਕਰਕੇ ਵੀ ਕੜਾ ਪ੍ਰਸ਼ਾਦ ਦੀ ਦੇਗ ਵਰਤਾਵੇ ਤੇ ਅਰਦਾਸ ਕਰਵਾਉਣਾ ਕਰੇ। ਸੁਣ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ। ਤੇ ਸਮੇਂ ਸੁਣ ਕਰਕੇ ਬਿਸੰਬਰ ਦਾਸ ਕਹਿਣ ਲੱਗਾ ਮਹਾਰਾਜ, ਕਿਉਂਕਿ ਮਨ ਵਿੱਚ ਸਿੱਖ ਜਾਗੀ ਹੈ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਦੇਸ਼ ਤਾਂ ਬੜੀ ਦੂਰ ਹੈ ਮਹਾਰਾਜ, ਮੈਂ ਉਜੈਨ ਤੋਂ ਬਹੁਤ ਦੂਰੋਂ ਚੱਲ ਕੇ ਆਇਆ ਹਾਂ। ਸਭ ਅਰਦਾਸ ਕੋ ਭੇਵ ਕਹੋ ਜਿਉ ਸਿੱਖਾਂ ਸੁਖ ਸਦਨ। ਮਹਾਰਾਜ ਸਾਰਾ ਹੀ ਅਰਦਾਸਾਂ ਦਾ ਭੇਦ ਕਹੋ, ਜਿਵੇਂ ਮਹਾਰਾਜ ਆਪ ਜੀ ਦੇ ਸਿੱਖਾਂ ਦੇ ਘਰ ਵਿੱਚ ਸੁਖ ਹੋਵੇ, ਹਿਰਦੇ ਵਿੱਚ ਮਹਾਰਾਜ ਤੁਹਾਡੇ ਸਰੂਪ ਦਾ ਗਿਆਨ ਹੋਵੇ। ਕਿਰਪਾ ਕਰਕੇ ਮਹਾਰਾਜ ਅਰਦਾਸ ਦੀ ਰਹਿਣੀ ਤੇ ਅਰਦਾਸ ਦੀ ਮਰਿਆਦਾ ਦੱਸੋ ਜੀ। ਸਤਿਗੁਰ ਬੋਲੇ ਸਿੱਖ ਸੁਣ ਕੜੋ ਕੜਾ ਪ੍ਰਸ਼ਾਦ। ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਪਹਿਲੋਂ ਤਾਂ ਸੁਚਮਤਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਅਰਦਾਸ ਦੀ ਮਰਿਆਦਾ ਆਰੰਭ ਇੱਥੋਂ ਹੁੰਦੀ ਹੈ। ਜੇ ਮਰਿਆਦਾ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਗ ਹੀ ਤਿਆਰ ਨਹੀਂ ਕੀਤੀ, ਆਪਣੇ ਮੂੰਹ ਨੂੰ ਹੱਥ ਲਾਉਂਦਿਆਂ ਹੋਇਆਂ ਹੀ ਤੁਸੀਂ ਇਸ ਪ੍ਰਕਾਰ ਪਲਟਾ ਫੇਰੀ ਜਾਂਦੇ ਹੋ। ਕੜਾਹੀ ਆਦਿਕ ਸੁਚਮਤਾ ਨਾਲ ਨਹੀਂ ਤੁਸਾਂ ਅੱਗ ਤੇ ਚੜਾਈ, ਚੁੱਲ੍ਹਾ ਨਹੀਂ ਸਾਫ਼ ਕੀਤਾ, ਫਿਰ ਸਤਿਗੁਰੂ ਦੇ ਅੱਗੇ ਅਰਦਾਸ ਕੀ ਕਰੋਗੇ? ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਤਾਂ ਅੰਤਰਜਾਮੀ ਹੈ। ਸੁਚਮਤਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ। ਫਿਰ ਦੇਗ ਤਿਆਰ ਕਰਨ ਲੱਗਿਆਂ ਜਿਸ ਸਮੇਂ ਆਰੰਭਤਾ ਹੀ ਕਰਨੀ ਹੈ, ਉਸ ਸਮੇਂ ਹੀ ਗੱਲਾਂ ਬੰਦ ਕਰ ਦੇਣੀਆਂ। ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਤੇ ਜਦੋਂ ਜਿਸ ਸਮੇਂ ਸਾਧ ਸੰਗਤ ਜੀ ਘਿਓ ਦੇ ਵਿੱਚ ਇਸ ਪ੍ਰਕਾਰ ਮੈਦਾ ਪਾਈਦਾ ਹੈ, ਉਸੇ ਸਮੇਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦੇਈਦਾ ਹੈ। ਇਸ ਪ੍ਰਕਾਰ ਕਹਿੰਦੇ ਆ ਸ਼ਲੋਕ ਪੜਨ ਤੋਂ ਪਹਿਲਾਂ ਫਿਰ ਉਸ ਵਿੱਚ ਸਾਧ ਸੰਗਤ ਜੀ ਪੁਣੀ ਹੋਈ ਚਾਸ ਜਿਹੜੀ ਹੈ ਉਹ ਜਲ ਜਿਹੜਾ ਛੱਡ ਦੇਈਦਾ ਹੈ। ਇਸ ਪ੍ਰਕਾਰ ਸ਼ਲੋਕ ਦੇ ਪੜਦਿਆਂ ਹੀ ਸਾਧ ਸੰਗਤ ਜੀ ਦੇਗ ਘਿਓ ਛੱਡ ਦਿੰਦੀ ਹੈ। ਇਉਂ ਜੇ ਬਾਣੀ ਦਾ ਜਾਪ ਹੀ ਨਹੀਂ ਕਰਦੇ ਤਾਂ ਦੇਗ ਵੀ ਕੀ ਸੁਚਮਤਾ ਨਾਲ ਤਿਆਰ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਸੰਬਰ ਦਾਸ ਬੜੀ ਹੀ ਸੁਚਮਤਾ ਦੇ ਨਾਲ ਪਹਿਲੋਂ ਦੇਗ ਤਿਆਰ ਕਰੀਦੀ ਹੈ। ਹੋਏ ਨਾ ਆਏ ਜੇ ਸਿੱਖ ਤੇ ਗੁੜ ਦਾਣਾ ਵੱਲ ਯਾਦ। ਜੇ ਸਿੱਖ ਕੋਲ ਇੰਨੀ ਪਹੁੰਚ ਨਾ ਹੋਵੇ, ਇੰਨੀ ਮਾਇਆ ਨਾ ਹੋਵੇ ਤਾਂ ਸੱਚੇ ਪਾਤਸ਼ਾਹ ਕਹਿੰਦੇ ਆ ਗੁੜ ਲੈ ਲਵੇ, ਮਿੱਠਾ ਪ੍ਰਸ਼ਾਦ, ਜਾਂ ਕੁਝ ਦਾਣੇ ਹੀ ਲੈ ਲਵੇ ਆਪਣੇ ਹੱਥਾਂ ਦੇ ਵਿੱਚ। ਸੋਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ। ਤੇ ਫਿਰ ਆਪਣੇ ਸਰੀਰ ਕਰਕੇ ਸੁਚਮਤਾ ਰੱਖੇ ਤੇ ਵਸਤਰ ਜਿਹੜੇ ਆ ਸੁੱਚੇ ਪਾ ਲਵੇ ਤੇ ਸਾਰਾ ਦਿਨ ਮੁਖ ਤੋਂ ਵਾਹਿਗੁਰੂ ਮੰਤਰ ਜਾਪ ਕਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਦਾ ਫਲ ਜਿਹੜਾ ਹੈ ਦੱਸਿਆ ਕਿ ਜੇ ਸਿੱਖ ਕੋਲ ਪਹੁੰਚ ਨਹੀਂ ਪੈਂਦੀ, ਇੰਨੀ ਮਾਇਆ ਨਹੀਂ ਹੈ, ਤਾਂ ਫਿਰ ਗੁੜ ਲੈ ਲਵੇ ਜਾਂ ਕੁਝ ਦਾਣੇ ਲੈ ਲਵੇ। ਗੁਰੂ ਸਾਹਿਬ ਨੂੰ ਭੇਟ ਕਰਨ ਲੱਗਿਆਂ ਸਾਰਾ ਦਿਨ ਫਿਰ ਆ ਕਰਕੇ ਸੁੱਚੇ ਵਸਤਰ ਰਹਿ ਪਾ ਕੇ ਸਰੀਰ ਦੀ ਸੁਚਮਤਾ ਦੇ ਸਹਿਤ ਵਾਹਿਗੁਰੂ ਮੰਤਰ ਦਾ ਜਾਪ ਕਰੇ। ਨਾਮ ਪ੍ਰਤਾਪ ਤੇ ਕਾਜ ਸਰ ਸੁਣ ਅਰਦਾਸ ਕਲਾਪ। ਮਹਾਰਾਜ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਫਿਰ ਸਾਰੇ ਜਿਹੜੇ ਆ ਨਾ ਦੁੱਖ ਨਾਸ ਹੋ ਜਾਂਦੇ ਆ। ਸਤਿਗੁਰੂ ਕਹਿੰਦੇ ਨੇ ਇੱਕ ਰਸ ਜਿਹੜਾ ਅਰਦਾਸਾਂ ਦਾ ਮਹਾਨ ਫਲ ਹੈ। ਅਰਦਾਸਾਂ ਕਿਵੇਂ ਕਰੀਦੀਆਂ ਹਨ? ਸਤਿਗੁਰੂ ਜੀ ਕਹਿੰਦੇ ਹਨ ਉਹ ਬਿਸੰਬਰ ਦਾਸ ਸੁਣਨਾ ਕਰ। ਧਰਮ ਬੀਜ ਅਖੰਡ ਵਿਰਦ ਸਫਲ ਪੂਰ ਇਹ ਤੀਨ। ਸਤ ਸੰਗਤ ਜੀ ਇੱਥੋਂ ਅਰਦਾਸਾਂ ਆਰੰਭ ਹੋ ਜਾਂਦੀਆਂ ਨੇ। 3 ਅਰਦਾਸਾਂ ਪਹਿਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਕਹੀਆਂ ਹਨ। ਬੀਰਜਦਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਐ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਤਨਾਮਿਆਂ ਵਿੱਚ ਵੀ ਕਿਹਾ ਕਿ ਆਨੰਦ ਕਾਰਜ ਤੋਂ ਬਿਨਾਂ ਕਿਸੇ ਪਰ ਔਰਤ ਜਾਂ ਪਰ ਮਰਦ ਨਾਲ ਸੰਬੰਧ ਪੈਦਾ ਕਰਨਾ ਗੁਰਮਤਿ ਦੇ ਉਲਟ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਸਮੇਂ ਆਪਣੀ ਵਿਆਹੁਤਾ ਇਸਤਰੀ ਦੇ ਨਾਲ ਸੰਬੰਧ ਕਾਇਮ ਕਰਨਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਉੱਤਮ ਸੰਤਾਨ ਦੀ ਉਤਪਤੀ ਵਾਸਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ। ਪਸ਼ੂ ਬਿਰਤੀ ਨੂੰ ਧਾਰਨ ਕਰਕੇ ਇਸ ਵਿਹਾਰ ਨੂੰ ਕਰਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਕਦਾਚਿਤ ਨਾ ਕਰੇ। ਧਰਮ ਬੀਜ ਅਰਦਾਸ ਤੋਂ ਅਰਥ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਉੱਤਮ ਸੰਤਾਨ ਦੀ ਉਤਪਤੀ ਵਾਸਤੇ ਅਰਦਾਸ ਕਰਨੀ। ਫਿਰ ਇੱਕ ਅਖੰਡ ਬਿਰਧ, ਇੱਕ ਰਸ ਗਰਭ ਦੀ ਵਿਰਧਤਾ ਵਾਸਤੇ
ਕਿ ਸਤਿਗੁਰੂ ਆਪ ਰੱਖਿਆ ਕਰਿਓ। ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ। ਦੁਬਾਰਾ ਪੜ੍ਹ ਦਿਓ ਪੰਕਤੀ। ਭਰਮ ਬੀਜ ਅਖੰਡ ਵਿਰਦ ਸਫਲ ਪੂਰ ਇਹ ਤੀਨ। ਤੇ ਸਫਲਤਾ ਵਾਸਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਰਹਿਮਤਾਂ ਕਰਿਓ ਗਰੀਬ ਨਵਾਜ, ਇਸ ਦੀ ਕਿਰਪਾ ਕਰਕੇ ਸਫਲਤਾ ਬਖਸ਼ਿਸ਼ ਕਰਿਓ। ਕਿਉਂਕਿ ਸਤ ਸੰਗਤ ਜੀ ਸੰਸਾਰ ਦੇ ਅੰਦਰ ਐਸੀਆਂ ਘਟਨਾਵਾਂ ਘਟਦੀਆਂ ਨੇ, ਕਈਆਂ ਨੂੰ ਜਨਮ ਹੀ ਨਹੀਂ ਮਿਲਦਾ ਤੇ ਮਾਤਾ ਦੇ ਗਰਭ ਵਿੱਚ ਹੱਤਿਆ ਹੋ ਜਾਂਦੀ ਹੈ। ਐਸੀਆਂ ਬੁਰੀਆਂ ਮੌਤਾਂ ਵੀ ਪ੍ਰਾਪਤ ਹੋ ਜਾਂਦੀਆਂ ਹਨ ਕਿ ਜਨਮ ਹੀ ਨਹੀਂ ਮਿਲਦਾ ਤੇ ਫਿਰ ਉਸੇ ਹੀ ਜੂਨਾਂ ਦੇ ਵਿੱਚ ਗਲਣਾ ਪੈਂਦਾ ਹੈ। ਕਈ ਪਾਪ ਹੀ ਐਸੇ ਕੀਤੇ ਹੁੰਦੇ ਆ ਕਿ ਬਾਰ-ਬਾਰ ਗਰਭ ਜੂਨੀ ਵਿੱਚ ਗਲੀ ਜਾਂਦੇ ਆ, ਜਨਮ ਹੀ ਨਹੀਂ ਪ੍ਰਾਪਤ ਹੁੰਦਾ। ਫਿਰ ਜੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਮਹਾਰਾਜ ਸਾਹਿਬ ਜੀ ਇਹਨਾਂ ਦੁੱਖਾਂ ਤੋਂ ਛੁਡਾ ਲੈਂਦੇ ਆ। ਤੀਸਰੀ ਅਰਦਾਸ ਕਰਨੀ ਕਿ ਸਫਲਤਾ ਸਹਿਤ ਇਸ ਪ੍ਰਕਾਰ ਬੱਚੇ ਦਾ ਜਨਮ ਜਿਹੜਾ ਸੁਖ ਦੇ ਸਹਿਤ ਹੋਵੇ। ਇਹ 3 ਅਰਦਾਸਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸੀਆਂ ਹਨ। ਚੌਥੀ ਅਰਦਾਸ ਤੋਂ ਅੱਗੇ ਮਹਾਰਾਜ ਜਿਵੇਂ ਆਰੰਭ ਕਰਨਗੇ, ਇਹ ਸਤ ਸੰਗਤ ਜੀ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ।